ਅਮੀ ਜੀ ਕਈ ਕਮੈਂਟ ਆਉਂਦੇ ਨੇ ਕਿ ਮਾਂ ਹੋਰੀ ਨਾ ਵੱਡੇ ਪੁੱਤਰ ਨਾਲ ਘੱਟ ਪਿਆਰ ਕਰਦੇ ਨੇ ਕੀ ਸਹੀ ਗੱਲ ਹੈ? ਇਹ ਉਹਨਾਂ ਮੈਨੂੰ ਤਾਂ ਨਹੀਂ ਲੱਗਦਾ ਤੇ ਉਂਝ ਇਹ ਪੁੱਤਰ ਦੇਖਣ ਵਾਲਿਆਂ ਨੂੰ ਸ਼ਾਇਦ ਉਹਨਾਂ ਨੂੰ ਪਤਾ ਹੋਵੇ ਦਾ ਘੱਟ ਕਰਦੀਆਂ ਨੇ ਜਿਹੜੀਆਂ ਤੇ ਸਿਆਣੀਆਂ ਧੀਆਂ ਭੈਣਾਂ ਨੇ ਨਾ ਉਹ ਤੇ ਨਹੀਂ ਆਂਦੀਆਂ ਘੱਟ ਕਰਦੀ ਪੁੱਤਰ ਮਾਵਾਂ ਨੂੰ ਪੁੱਤਰ ਬੜੇ ਪਿਆਰੇ ਹੁੰਦੇ ਨੇ ਉਂਝ ਵੈਸੇ ਨਾ ਕਈ ਵਾਰੀ ਮੇਰੀ ਥੋੜੀ ਜਿਹੀ ਨਾ ਅੰਮਾ ਲੂਤ ਨਾ ਲਾਵੇ ਤੇ ਮੈਨੂੰ ਵੀ ਨਾ ਚੈਨ ਨਹੀਂ ਲੱਭਦਾ ਤੇ ਅੰਮਾ ਦੀਆਂ ਗਾਲਾਂ ਅੰਮਾ ਕੋਲੋਂ ਨਾ ਅੰਮੀ ਅੱਬੂ ਕੋਲ ਗਾਲਾਂ ਖਾਣੀਆਂ ਵੀ ਚਾਹੀਦੀਆਂ ਨੇ। ਗਾਲਾਂ ਕੀ ਕੱਢਣੀਆਂ ਨੇ ਕੋਈ ਸ਼ੈਵਾਂ ਹੁੰਦੀਆਂ ਨੇ ਪੁੱਤਰ ਅਸਲ ਚ ਘਰ ਦਾ ਜ਼ਿੰਮੇਦਾਰ ਤੂੰ ਹੈ। ਹਾਂਜੀ ਤੇ ਜੇ ਤੈਨੂੰ ਚੰਗੀ ਮਾੜੀ ਤੇ ਦੂਜੇ ਤੇ ਬਾਲ ਨੇ ਵਿਕਾਸ ਨੇ ਤੇ ਜ਼ਿੰਮੇਦਾਰੀ ਲਈ ਕੋਈ ਨਾ ਸ਼ੁਰੂ ਤੋਂ ਹੀ ਨਹੀਂ ਲਈ ਤੇ ਫਿਰ ਜਿਹੜਾ ਬੰਦਾ ਜ਼ਿੰਮੇਦਾਰ ਹੁਣ ਤੈਨੂੰ ਇਸ ਘਰ ਦਾ ਜ਼ਿੰਮੇਦਾਰ ਤੈਨੂੰ ਇਹ ਦੇ ਕੇ ਤੇ ਆਪੀ ਅਸੀਂ ਰਾਏ ਪਏ ਸਾਡੀਆਂ ਸ਼ਾਮਾਂ ਵਜਾਈਆਂ ਜਾਣ ਤੇ ਫਿਰ ਉਹ ਗਾਲਾਂ ਕਿਹਨੂੰ ਦੇਣੀਆਂ ਨੇ ਗਵਾੜੀਆਂ ਤੇ ਨਹੀਂ ਦੇਣੀਆਂ ਤੈਨੂੰ ਹੀ ਦੇਣੀਆਂ। ਮੈਨੂੰ ਹੀ ਪੁੱਛਣਾ ਹੈ ਇਸੇ ਤਰ੍ਹਾਂ ਨਹੀਂ ਇਸੇ ਗੱਲ ਇਹ ਕਿ ਮਾਵਾਂ ਜਿਹੜੀਆਂ ਨੇ ਨਾ ਉਹ ਮੁਹੱਬਤ ਕਰਦੀਆਂ ਨੇ ਮਾਵਾਂ ਨੂੰ ਪੁੱਤਰ ਇੱਕੋ ਜਿਹੇ ਹੁੰਦੇ ਕਰਦੇ ਨੇ ਕੋਈ ਮੇਰੇ ਆਸੇ ਸਹਤ ਨਹੀਂ ਨਾ ਮੇਰੇ ਘਰ ਵਾਲੇ ਆਸੇ ਸਹਤ ਨੇ ਮਾਂ ਸਾਡੇ ਨਾਲ ਉਸੇ ਤਰ੍ਹਾਂ ਹੀ ਪਿਆਰ ਕਰਦੀ ਹੈ ਜਿਵੇਂ ਦੇਖੀ ਤੋਂ ਵੀ ਜ਼ਿਆਦਾ। ਮੇਰਾ ਸਗੋਂ ਨਾ ਮੇਰੀਓ ਧੀਓ ਜਿੱਡਾ ਔਖਾ ਮੈਂ ਇਸ ਪੁੱਤਰ ਨੂੰ ਪਾਲਿਆ ਨਾ ਮੇਰਾ ਅੱਲਾ ਜਾਣਦਾ। ਇਹ ਛੋਟਾ ਹੁੰਦਾ ਬੜਾ ਬਿਮਾਰ ਸੀ ਮੈਂ ਤੇ ਇਹਦਾ ਸਹੀ ਸਾਹ ਲੈਣੀ ਆ ਇਹ ਲੰਘਦਾ ਹੋਵੇ ਤੇ ਮੈਂ ਇਹਦਾ ਪਿੱਛੋਂ ਪਈ ਵੇਨੀ ਆ ਏਡਾ ਕੁ ਮੈਨੂੰ ਇਹਦੇ ਨਾਲ ਪਿਆਰ। ਅੰਮੀ ਜੀ ਬਿਸਮਿਲ੍ਲਾ ਕਰਾਂ ਮੈਂ ਚੱਲਾਂ ਅੰਮੀ ਜੀ ਆਖਣ ਵਾਲੇ ਪੁੱਤਰ ਮੈਂ ਚੱਲਾਂ ਜੇ ਜ਼ਰਾ ਕਿੱਥੇ ਚੱਲਾਂ ਮੈਂ ਲਾਹੌਰ ਚੱਲਾਂ ਤੇ ਕਿੱਥੇ ਹੁਣ ਗੱਡੀ ਤੇ ਚੱਲਾਂ ਕਿ ਤੁਰਦਾ ਚੱਲਾਂ? ਨਹੀਂ ਪੈਦਲ ਚੱਲਾਂ ਸੱਚੀ ਬਾਤ ਹੈ ਪੈਦਲ ਚੱਲਾਂ ਇੱਥੋਂ ਚੱਲਾਂਵਾ ਮੁੰਡੇ ਨੂੰ ਅੱਖ ਲੱਗਾ ਡਸਕੇ ਛੱਡ ਹੁੰਦਾ ਉੱਥੋਂ ਟਿਊਟੇ ਤੇ ਬਵਾਂਗਾ ਤੇ ਮੈਂ ਲਾਹੌਰ ਚੱਲ ਜਾਵਾਂਗਾ। ਪੁੱਤਰ ਗੱਲ ਇਹ ਵੇ ਤੇ ਦਿਲ ਤੇ ਨਹੀਂ ਕਰਦਾ ਪੁੱਤਰਾਂ ਨੂੰ ਹੁੰਦਿਆ ਸੁੰਦਿਆਂ ਆਖਾਂ ਨਾ ਪਰ ਇਹ ਗੱਲ ਤੁਹਾਡੀਆਂ ਆਪਣੀਆਂ ਮਜਬੂਰੀਆਂ ਨੂੰ ਹੁਣ ਕਿਵੇਂ ਇੰਨਾ ਤੇਲ ਮੇਰੇ ਸਾਰਾ ਟੱਬਰ ਜਾਏਗੇ ਤੇ ਗੱਡੀ ਚਲਾ ਕੇ ਲੈ ਜਾਈਏ ਜੋਰ ਜਾਈਦਾ 5 ਬੰਦੇ ਹੋਵਾਂਗੇ ਨਾ ਤੇ ਈਜ਼ੀ ਰਵਾਂਗੇ। ਹੁਣ ਮੈਂ 12,000 ਦਾ ਆਮ ਡੀਜ਼ਲ ਪੈਂਦਾ ਨਾ ਪੈਂਦਾ ਹੁਣ ਪੈਣਾ 22-24,000 ਦਾ ਤੇ ਲੋੜ ਕਾਦੀ ਹੈ? ਨਹੀਂ ਤੂੰ ਇਹ ਗੱਲ ਪੁੱਤਰ ਨੂੰ ਦਿਹਾੜੀ ਲੈ ਜਾਣੀ ਆ ਮੈਂ 3-4,000 ਚ ਹੋ ਕੇ ਆ ਯਾਰ ਇਸ ਕੱਲੇ ਬੰਦੇ ਮਾਂ ਸਦਕੇ ਜਾਏ ਸਰਫਾ ਹੁੰਦਾ ਤੇ ਚੰਗਾ ਕੋਈ ਮੁਸ਼ਕਲ ਨਹੀਂ ਇੱਥੋਂ ਟਿਊਟੇ ਤੇ ਬਾਂਗ ਅੱਗੋਂ ਬੰਦੇ ਨੇ ਮੈਂ ਫੋਨ ਕਰ ਦਿੱਤਾ ਉਹਨੇ ਆਖਿਆ ਜਿੱਥੇ ਲਵੋਗੇ ਮੈਂ ਅੱਗੇ ਗੱਡੀ ਲੈ ਕੇ ਆ ਜਾਵਾਂਗਾ। ਅੱਲਾ ਖੈਰ ਕਰੇ ਪੁੱਤਰਾ ਉਹ ਤੇ ਗੱਲ ਪਰੇਸ਼ਾਨ ਨਾ ਤੁਸੀਂ ਹੋਵੋ ਮੈਂ ਪੁੱਤਰ ਪਰੇਸ਼ਾਨ ਕਿਉਂ ਨਾ ਜਦੋਂ ਧੀਆਂ ਪੁੱਤਰ ਗੱਡੀਆਂ ਤੇ ਚੜਨ ਤੇ ਫਿਰ ਤੁਰਦੇ ਜਾਣ ਤੇ ਫਿਰ ਪਰੇਸ਼ਾਨੀ ਤੇ ਨਹੀਂ ਤੇ ਅੱਲਾ ਸੁਣਿਆ ਕਿਤੇ ਲਿਆ ਇਸੇ ਤਰ੍ਹਾਂ ਦਾ ਫੇਰ ਕੋਈ होला ਤੇ ਪਿਛਾ ਨਵਾ ਦੇ ਤੇਲ ਅੱਲਾ ਖੈਰ ਕਰੇ ਇੰਦਾ ਹਵਾ ਲਿਆ ਤੇ ਪਿਛਾ ਨੂੰ ਆ ਜੇ ਤੇਲ ਤੇ ਸਾਰੀ ਦੁਨੀਆ ਗੱਡੀਆਂ ਤੇ ਚੜੇ ਗੁਜ਼ਾਰੇ ਦੀ ਨਹੀਂ ਲੋਕਾਂ ਦੇ ਹੁੰਦੇ ਪਏ ਤੇ ਇੰਜ ਦਾ ਜਿਹੜਾ ਆਇਆ ਹੋਵੇ ਨਾ ਤੂਫਾਨ ਉਹ ਮੁਸ਼ਕਲ ਹੀ ਪਿਛਾ ਮੈਂ ਚਲਾ ਜੀ ਮੈਂ ਅੱਲਾ ਦੀ ਸਪੁਰਦ ਖੈਰ ਨਾਲ ਜਾ ਬੱਚਿਆ ਖੈਰ ਨਾਲ ਲੈ ਮੇਤੀ ਨਾ ਮੇਰੀ ਕੀ ਕਰਦੇ ਹੋ ਕੀ ਕਰਨੀ ਆ ਹੁਣ ਐਡੇ ਐਡੇ ਬੱਚਿਆਂ ਨੂੰ ਫੀਡਰ ਪਿਆ ਛੱਡਦੀਆਂ ਨੇ ਲੈ ਮੇਤੀ ਐਸਾ ਕਰਕੇ ਅੱਛਾ ਰੋਟੀ ਖਾ ਮੇਰਾ ਪੁੱਤ ਹਾਂ ਸੇ ਪਕੜ ਬਿਸਮਿਲ੍ਲਾ ਸਜਿਆਤ ਨਾਲ ਐਸਾ ਤਰ੍ਹਾਂ ਫੜ ਐਸਾ ਤਰ੍ਹਾਂ ਐਂਜ ਸ਼ਾਬਾਸ਼ ਬਿਸਮਿਲ੍ਲਾ ਪੜ ਕੇ ਖਾ ਪੁੱਤਰ ਫੀਡਰ ਪਿਆ ਕੇ ਵੇਖ ਜਾਨ ਦੇਸ ਦੀ ਨੇ ਫੀਡਰ ਨੀਰੇ ਵੀ ਪੁੱਸ ਪਾ ਛੱਡਦੇ ਨੇ ਅੰਮੇ ਜੀ ਉਹ ਕੁੜੀਆਂ ਫਿਰ ਮਾੜੀਆਂ ਹੀ ਹੁੰਦੀਆਂ ਨੇ ਮਾੜੀਆਂ ਤੇ ਹੁੰਦੀਆਂ ਨੇ ਤੇ ਪੁੱਸੀਆਂ ਤੇ ਨਾ ਹੁਣ ਕੁੜੀਆਂ ਮਾੜੀਆਂ ਤੇ ਹੋਣ ਪਰ ਪੁੱਸੀਆਂ ਨਾ ਹੋਣ ਆਹੋ ਪੁੱਸੀਆਂ ਮਾੜੀਆਂ ਤੇ ਹੋਣ ਤੇ ਪੁੱਸੀਆਂ ਨਾ ਹੋਣ ਆ ਵੇਖ ਫੀਡਰ ਪੀ ਕੇ ਰੰਗ ਪਿੱਲਾ ਹੋਏ ਤੇ ਮੈਂ ਕਿਹਾ ਰੋਟੀ ਖਵਾ ਉਹ ਮਾਵਾਂ ਦਾ ਕੰਮ ਸੌਖਾ ਹੈ ਡੋਲ ਫੀਡਰ ਚ ਦੁੱਧ ਪਿਆ ਖਲਾ ਫੜੋ ਲੰਮੀਆਂ ਪੈ ਕੇ ਪੀਓ ਤੇ ਹੱਥ ਮੋਬਾਈਲ ਫੜਾ ਛੜਿਆ ਸਾਰਿਆਂ ਦਾ ਹੀ ਇਹ ਹਾਲ ਸਾਰੀਆਂ ਹੀ ਮੈਂ ਇਹ ਨਹੀਂ ਆਂਦੀ ਹੁਣ ਇਹ ਇੱਕ ਜਿੱਦਾਂ ਦੀ ਆਈ ਉਹਨਾਂ ਇੰਜ ਦੇਣੀ ਹੋ ਤੇ ਰੋਟੀ ਖਾਣ ਲੱਗ ਪਏਗਾ ਨਹੀਂ ਤੈਨੂੰ ਰੋਟੀ ਦਾ ਪਤਾ ਹੀ ਨਹੀਂ ਸੀ ਰੋਟੀ ਦੂਜੀ ਜਿਹੜੀ ਆ ਉਹ ਵੀ ਉੱਕਾ ਨੇੜੇ ਨਹੀਂ ਜਾਂਦੀ ਜੇ ਉੱਥੇ ਭੋਪੋ ਸੀ ਵੀ ਤੇ ਉਹ ਵੀ ਘੜਿਆਂ ਦੇ ਘੜੇ ਦੁੱਧ ਪੀ ਕੇ ਤੇ ਗੱਲਾਂ ਫੁੱਲ ਗਈਆਂ ਮਿੱਟੀ ਵੀ ਖਾ ਕੇ ਤੇ ਹੁਣ ਪੁੱਤਰਾ ਕੋ ਥੋੜੀ ਬਹੁਤੀ ਇੱਥੇ ਗਜਾਇਆ ਚੱਪਾ ਫੜਾਣਾ ਤੇ ਖਾਣ ਨਹੀਂ ਤੇ ਬਾਲ 6 ਮਹੀਨੇ ਦਾ ਹੁੰਦਾ ਸੀ ਤੇ ਰੋਟੀ ਦੀ ਬੁਰਕੀ ਹੱਥ ਫੜਾ ਛੜੀ ਇਸੇ ਤਰ੍ਹਾਂ ਤੇ ਖੈਰੀ ਮੇਰੀ ਖਾਣ ਲੱਗ ਪਈ ਸਾਰੇ ਟੱਬਰ ਦੇ ਵਿੱਚੋਂ ਇੱਕ ਇੱਕ ਬੁਰਕੀ ਲਈ ਆਉਂਦਾ ਸੀ ਤੇ ਖਾਈ ਹੁੰਦਾ ਸੀ ਤੇ ਖੈਰੀ ਮੇਰੀ ਉਹਦੀ ਹੋਸ਼ ਹੁੰਦੀ ਸੀ ਉਹ ਬਿਮਾਰ ਨਹੀਂ ਸੀ ਹੁੰਦਾ ਆਏ ਦਿਨ ਹੁਣ ਚੁੱਕਦੀਆਂ ਨੇ ਤੇ ਲੈ ਜਾਂਦੀਆਂ ਨੇ ਚੁੱਕਦੀਆਂ ਨਹੀਂ ਤੇ ਅੱਜ ਇਸ ਪਾਸੇ ਨਹੀਂ ਆਰਾਮ ਆਇਆ ਤੇ ਅੱਜ ਇਸ ਪਾਸੇ ਲੈ ਜਾ ਬੰਦੇ ਮੁੰਡੇ ਵਿਚਾਰੇ ਪਰੇਸ਼ਾਨ ਨੇ। ਵਲੌਗ 'ਚ ਵੇਖਿਆ ਕਿ ਸਾਡੇ ਗੈਸਟ ਵਗੈਰਾ ਕਾਫੀ ਮਾਸ਼ਾਅੱਲਾ ਆਏ ਹੋਏ ਨੇ ਛੁੱਟੀਆਂ ਇੱਥੇ ਈਸਟਰ ਦੀਆਂ ਚੱਲਦੀਆਂ ਨੇ ਪਈਆਂ ਤੇ ਅੱਜ ਇੱਕ ਮਜ਼ੀਦ ਵੱਡਾ ਸਾਰਾ ਗ੍ਰੈਂਡ ਗੈਟ ਟੂਗੇਦਰ ਇੱਥੇ ਘਰ ਮੈਂ ਸਾਰੇ ਮੈਡੀ ਹੋਰਾਂ ਨੂੰ ਜਿਮੀ ਉਸਤਾਦ ਹੋਰਾਂ ਨੂੰ ਤੇ ਸਭ ਨੂੰ ਇਨਵਾਈਟ ਕੀਤਾ ਜ਼ੇਬ ਹੋਰਾਂ ਨੂੰ ਸਭ ਨੂੰ ਤੇ ਚਾਂਦ ਨੂੰ ਵੀ ਰਿਕੁਐਸਟ ਕੀਤੀ ਆਂਦਾ ਸੀ ਭਾਈ ਮੇਰੇ ਇਹ ਦਿਨ ਜ਼ਿਆਦਾ ਤੁਹਾਡੇ ਤੋਂ ਬਿਜ਼ੀ ਨੇ ਮੈਂ ਯਾਰ ਆ ਚੰਗੀ ਗੱਲ ਹੈ ਆਂਦਾ ਇਹਨਾਂ ਦਿਨਾਂ ਦੇ ਵਿੱਚ ਸਾਡੇ ਵਾਲੇ ਪਾਸੇ ਸਾਰੀਆਂ ਛੁੱਟੀਆਂ ਕਰਕੇ ਤੇ ਸਾਡੇ ਵਾਲੇ ਪਾਸੇ ਆਏ ਨੇ ਲੋਕ ਸਾਰੇ ਫਿਰ ਅੰਡਰੋਂ ਤੇ ਆਂਦਾ ਸੀ ਮੈਂ ਕੋ ਦਿਹਾੜੀ ਤੋਂ ਬਾਅਦ ਚੱਕਰ ਲਾ ਲਾਂਗਾ ਮੈਂ ਚਲੋ ਫਿਰ ਠੀਕ ਹੈ ਤੇ ਦੂਸਰਾ ਆਪਣਾ ਹੁਣ ਯਾਸਰ ਸੁਬਾ ਦਾ ਗਿਆ ਲੈ ਕੇ ਮਹਿਮਾਨਾਂ ਨੂੰ ਪ੍ਰਾਣ
ਚਿਲ ਕਰਾਣੇ ਇਧਰ ਪਹਾੜਾਂ ਛਾਣਾ ਵਾਲੇ ਪਾਸੇ ਅੱਗੇ ਪਿੱਛੇ ਬੜੇ VIP ਨਜ਼ਾਰੇ ਨੇ ਤੁਹਾਨੂੰ ਪਤਾ ਵਹਾਏ ਨੇ। ਜਿਨ੍ਹਾਂ ਨੂੰ ਨਹੀਂ ਪਤਾ ਉਹ ਹੁਣ ਚੰਦ ਕੁਝ ਦਿਨ ਖਲੋ ਜਾਓ, ਤੁਹਾਨੂੰ ਨਜ਼ਾਰੇ ਦੁਬਾਰਾ ਮਹਾਵਾਂਗੇ, ਲੈ ਕੇ ਜਾਵਾਂਗੇ ਕਿਸੇ ਵੇਲੇ ਫੇਰ। ਤੇ ਬਾਕੀ ਹੁਣ ਘਰ ਚਲੀਏ ਜਾ ਕੇ ਤੇ ਵੇਖੀਏ ਕੀ ਸੂਰਤ ਹਾਲ ਹੈ, ਘਰ ਖਾਣਾ ਛਾਣਾ ਬਣੇ ਆ, ਕੀ ਬਣਿਆ ਕੀ ਰਹਿ ਗਿਆ, ਉਹ ਫਿਰ ਤੁਹਾਡੇ ਨਾਲ ਬਾਕੀ ਦੀਆਂ ਗੱਲਾਂ ਬਾਦੋਂ ਕਰਨੇ ਆ। ਯਾਰ ਇਹਨੂੰ ਕੀ ਕੀਤਾ ਜੀ? ਇਹ ਬੜਾ ਮੂੰਹ ਬਣਾਇਆ ਇਹਨੇ, ਇਹਨੂੰ ਕੀ ਕੀਤਾ ਜੀ? ਅੱਜ ਬੈਠ ਕੇ ਇਹ ਮਹਿਮਾਨ ਆਏ ਨੇ ਸਾਡੇ ਜੀ ਅਰਮੀਲੋ ਤੋਂ, ਤੇ ਤੁਸੀਂ ਆ ਜਾਓ ਬੌਸ ਜੀ, ਉੱਥੇ ਬੈਠੇ ਹਾਲ ਚਾਲ ਨੰਬਰ ਇੱਥੇ। ਮੈਨੂੰ ਇਹ ਦੱਸ ਯਾਸਰ, ਇਹਨਾਂ ਨੂੰ ਕਿੱਥੇ ਲੈ ਕੇ ਗਿਆ ਸਵੇਰ ਦਾ? ਸਾਰੇ ਆਪਣੇ ਆਪਣੇ ਫੋਨਾਂ ਦੇ ਵਿੱਚ ਖੁੱਭ ਗਏ ਨੇ, ਅੱਲਾ ਖੈਰ ਕਰੇ। ਕੀ ਕੀਤਾ ਜੀ? ਬੜਾ ਹੀ ਫੜਾਇਆ, ਬੜਾ ਹੀ ਕਿੱਥੇ ਫਰਾਇਆ? ਮੈਡੀ ਸਹੀ ਦੱਸੀ, ਕਿੱਥੇ ਕਿੱਥੇ ਫਰਾਇਆ ਤੂੰ? ਦੱਸਾਂ ਸਾਰੀ ਗੱਲ ਕਿ ਰਹਿਣ ਦੇ। ਨਾ ਨਹੀਂ ਫਿਰੇ ਤੇ ਮੇਰਾ ਬਹੁਤ ਤੇ ਕਹਿ ਦੋ ਨਹੀਂ ਫਿਰੇ। ਨਹੀਂ ਫਿਰ ਗੱਡੀ ਤੇ ਹੀ ਰਹੇ ਆ। ਗੱਡੀ ਤੇ ਰਹਿਣਾ ਸੀ, ਉੜ ਕੇ ਪਹਿਲਾਂ ਜਾਣਾ ਸੀ ਮੇਰਾ ਬਹੁਤ। ਨਹੀਂ ਤੇ ਤੂੰ ਲਾਇਆ ਤੇ ਕਿਰੇ ਹੈ ਨਹੀਂ। ਗੱਡੀ ਤੇ ਜਾਂਦਾ ਇੱਥੇ ਰੋਕੋ 5 ਮਿੰਟ, ਅੱਛਾ। ਫੇਰ ਅਗਾ ਗੱਡੀ ਪਾ ਲਓ, ਫੇਰ ਰੋਕੋ 10 ਮਿੰਟ। ਹਾਂ। ਗੱਡੀ ਤੂੰ ਨਹੀਂ ਇਹਨੇ ਲੈਣ ਦਿੱਤੀ। ਮਤਲਬ ਸਾਰੀ ਗੱਲਾਂ ਛੱਡੋ, ਤੁਸੀਂ ਮੈਨੂੰ ਕਿਹਾ ਸੀ ਯਾਸਰ ਮਿਹਰਬਾਨੀ ਭੁੱਖ ਰੱਖ ਕੇ ਆਣਾ ਹਾਂ। ਤੇ ਮੈਨੂੰ ਬੜਾ ਕਿ ਇਹਨਾਂ ਨੇ ਅੱਲਾ ਦਾ ਵਾਸਤਾ ਇਹ ਭਾਈ ਪਾਣੀ ਪਿਆ ਦਿਓ। ਮੈਂ ਕਿ ਨਹੀਂ, ਚੀਮਾ ਸਾਹਮਣੇ ਕਿ ਭੁੱਖ ਰੱਖ ਕੇ ਆਣਾ। ਆਹੋ ਸਾਡੇ ਕੋਲ ਜਿਹੜਾ 2 ਵਜੇ ਤੇ ਤੁਸੀਂ ਨਾਸ਼ਤਾ ਕਰਕੇ ਗਏ ਹੋ। ਬੜਾ ਪ੍ਰਾਹੁਣਿਆਂ ਨੇ ਕਿਹਾ ਕੋਈ ਪਾਣੀ ਯਾਰ, ਮੈਂ ਕਿ ਪਾਣੀ ਵੀ ਨਹੀਂ ਸ਼ਾਮ ਨੂੰ ਬਣਾ ਜੋੜਾ ਬਣਾ। ਨਹੀਂ ਨਹੀਂ ਜ਼ਿਆਦਤੀ, ਪਾਣੀ ਦਾ ਮੈਂ ਨਹੀਂ ਸੀ ਤੈਨੂੰ ਆਖਿਆ। ਨਹੀਂ ਵਾਕਈ ਅੱਜ ਚੀਮੇ ਨੂੰ ਤੂੰ ਕਿੱਧਰ ਗਿਆ? ਜੀ ਜੀ ਇੱਧਰ ਹੀ ਰਹਿ ਨਾ, ਜਿਵੇਂ ਤੈਨੂੰ ਅਸੀਂ ਮਿਸ ਕੀਤਾ ਹੈ। ਅੱਛਾ। ਇਹ ਬੰਦਾ ਅੱਗੂ ਨਹੀਂ ਸਾਡੇ ਨਾਲ ਤੂੰ ਕਰਨਾ। ਅੱਛਾ ਮੈਂ ਅੱਗੂ ਚੀਮੇ ਨਾਲ ਜਾਣਾ, ਤੇਰੇ ਨਾਲ ਜੇ ਆ ਤੂੰ ਉਹੋ ਜਿਹੀ ਮੈਂ ਕਿਉਂ, ਫੇਰ ਇੱਕੋ ਜਿਹੀ ਕੰਮ। ਠੀਕ ਹੋ ਗਿਆ ਸਾਜੀ ਐਨੂੰ ਜੀ ਉੱਥੇ ਸਾਧ ਕੋਈ ਭੱਜਣਾ ਚ ਫਰਕ ਹੈ ਦੱਸੋ? ਪਰ ਜੇ ਨਸੇ ਬੜੇ ਆ ਦੋਤੇ ਭਾਈ ਨਹੀਂ ਹੈ। ਮਹਿਮਾਨਾਂ ਨੂੰ ਪੁੱਛ ਲਓ ਬਾਈ, ਮਜ਼ਾ ਆਇਆ। ਬਾਈ ਇੰਜੋਏ ਕੀਤਾ ਜੀ? ਤੇ ਮਹਿਮਾਨ ਤੇ ਵਿਚਾਰਾ ਬੇਜ਼ਬਾਨ ਹੁੰਦਾ ਹੈ। ਬਾਈ ਨਹੀਂ ਨਹੀਂ ਬਾਈ ਤੁਸੀਂ ਦੱਸੋ, ਤੁਸੀਂ ਇੰਜੋਏ ਕੀਤਾ? ਯਾਸਰ ਤੇ ਐਵੇਂ ਇਲਜ਼ਾਮ ਨਾ ਲਾਓ। ਅੱਛਾ ਜਿੰਨਾ ਕਿ ਸਾਡੇ ਕੋਲ ਟਾਈਮ ਸੀ ਹਾਂਜੀ। ਉਸ ਹਿਸਾਬ ਨਾਲ 2 ਜਗ੍ਹਾ ਸੇ ਫਰੀ ਜਾਂਦੇ, ਉੱਥੇ ਸਾਨੂੰ ਮਜ਼ਾ ਆਇਆ। ਇਹ ਲਓ ਜੀ, ਵਾਹ ਜੀ ਵਾਹ, ਵਾਹ ਜੀ ਵਾਹ, ਵਾਹ ਜੀ ਵਾਹ, ਕੀ ਬਾਤ। ਇਹ ਜੇ ਯਾਸਰ ਚਲੋ ਜੀ ਮਹਿਮਾਨ ਮੈਂ ਕਹਿੰਦਾ ਰਾਜ਼ੀ, ਚੀਮਾ ਸਾਹਿਬ ਸਭ ਰਾਜ਼ੀ। ਜੇ ਮਹਿਮਾਨ ਜਾਂਦੇ ਰਾਜ਼ੀ ਨੇ ਨੇ ਤੇ ਭਲਾ ਕੀ ਕਹਿੰਦੇ ਲੋਕ, ਯਾਸਰ ਭਾਈ ਇੱਕ ਦਿਲ ਹੈ ਕਿਤਨੀ ਬਾਤ जीता। ਹਾਏ ਹਾਏ ਤੂੰ ਜੋ ਮਰਜ਼ੀ ਕਰ ਲੈ, ਤੂੰ ਲੋਕਾਂ ਦੇ ਦਿਲਾਂ 'ਚ ਮੈਂ ਨਹੀਂ ਕਰ ਸਕਦਾ। ਹਾਏ ਕੱਢ ਕੇ ਰਹਿਣਾ ਹੁਣ, ਤੈਨੂੰ ਅਸੀਂ ਮਨਸੂਬਾ ਬਣਾਏ ਆ। ਕਰ ਦੇ ਮੇਰੀ ਜਾਨ ਤੋਂ ਮੈਨੂੰ ਕਰ ਦੇ। ਓਏ ਹੋਏ ਹੋਏ। ਉਧਰ ਕੀ ਤਿਆਰੀ ਚੱਲਦੀ ਹੈ ਬਈ? ਲਾਓ ਜਨਾਬ ਵਾਲੀ ਜੀ ਜੀ ਆ ਗਿਆ ਸਾਰੀ ਸ਼ਹਿਰ ਜਨਾਬ ਵਾਲੀ ਪਹੁੰਚ ਗਈ ਤੁਹਾਡੇ ਕੋਲ। ਮੈਂ ਨਾ ਜਨਾਬ ਵਾਲ ਹਾਏ ਹਾਏ ਸੁਭਾਨ ਅੱਲਾ, ਵਾਹ ਜੀ ਵਾਹ ਜੀ ਖੁਸ਼ਖਬਰੀ ਤੁਹਾਨੂੰ ਸੁਣਾਣੀ ਜੀ ਜੀ ਬਿਸਮਿਲ੍ਲਾ। ਨੋਮੀ ਭਾਈ ਦੀ ਬਰਥਡੇ ਵੀ ਹੈ, ਤਾਲੀਏ। ਵਾਹ ਜੀ ਵਾਹ, ਵਾਹ ਜੀ ਵਾਹ, ਵਾਹ ਜੀ। ਇਹ ਜਿਹੜੀਆਂ ਸ਼ੀਲਾਂ ਨੇ ਯਾਸਰ ਦੀਆਂ, ਤੇ ਮੇਰੀ ਜਾਨ ਤੈਨੂੰ ਯਾਦ ਸੀ? ਹਾਂ। ਇਹੀ ਚੱਕਰ ਹੈ ਨਾ, ਮੈਨੂੰ ਪਤਾ ਮੇਰੇ ਬੋਸ ਨੇ, ਮੇਰੇ ਭਰਾ ਨੇ ਵੱਡੇ ਹੈ ਜੀ। ਜ਼ਿੰਦਾਬਾਦ। ਮੈਂ ਕਿਉਂ ਭੁੱਲ ਸਕਣਾ ਵਾ? ਜਾ ਰਾਜ਼ੀਆਂ ਯਾਰ। ਪੂਰੇ ਭਾਰਾ ਨਾਲ ਕੇਕ ਖਾਇਆ ਜਾਏਗਾ ਇੱਥੇ ਹੀ। Done ਹੋ। ਲਾਈਟਾਂ ਬੰਦ ਕਰਕੇ ਮੋਮਬੱਤੀਆਂ ਲਾਈਟਾਂ ਬੰਦ ਕਰਕੇ ਤੇ ਨਹੀਂ ਨਾ। ਨਹੀਂ ਨਹੀਂ ਅਸੀਂ ਅਗਰਬੱਤੀ ਵਾਲਾ ਕਰਨਾ। ਅੱਛਾ ਜੀ, ਅਗਰਬੱਤੀਆਂ ਵਾਲਾ ਕੇਕ ਕੱਟਿਆ ਜਾਏਗਾ। ਤੇਜ ਬੱਤੀ ਹੋ। ਚਲੋ ਜੀ ਚਲੋ, ਸ਼ਾਬਾਸ਼ ਮੇਰਾ ਪੁੱਤਰ ਯਾਸਰ। ਤੂੰ ਕਿਉਂ ਨਹੀਂ ਕੁਝ ਖਾ ਰਿਹਾ? ਹੀਰ ਹੋ ਗਈ ਯਾਰ। ਮੈਂ ਪੱਕੀ ਬਾਤ ਹੈ। ਖਾਵਾ ਕਹਿੰਦਾ, ਤੁਹਾਨੂੰ ਪਤਾ ਮੈਨੂੰ ਤੁਹਾਡੇ ਬਗੈਰ ਕੁਛ ਲੰਘਦਾ ਨਹੀਂ। ਤੇ ਅੱਜ ਅੱਜ ਲੰਘ ਜਾ ਕਿਉਂਕਿ ਅੱਜ ਭੁੱਖ ਲੱਗੀ ਹੈ। ਯਾਰ ਤੁਹਾਨੂੰ ਇਹ ਸਭ ਤੋਂ ਅੱਛੀ ਮੈਨੂੰ ਕਿਉਂ ਲੱਗਦਾ ਕਿ ਦਾਲ ਮਾਸ਼ ਲੱਗੀ? ਸਾਹਿਬ ਦਾਲ ਤੇ ਫਿਰ ਕਿਆ ਹੀ ਬਾਤ ਹੈ ਨਾ, ਤੁਹਾਨੂੰ ਪਤਾ ਫਿਰ ਵੇਖੋ ਹਰ ਸ਼ੈ ਵੇ, ਪਰ ਮਾਸ਼ਾਅੱਲਾ ਦਾਲ ਤੁਹਾਡੀ ਸਾਰੀ ਵਿਕ ਗਈ। ਕੀ ਬਾਤ ਨਹੀਂ ਹੋ ਰਹਾ। ਇਹ ਲਿਆਓ ਜੀ, ਇਹ ਦਾਲ ਲਿਆਓ। अस्सलाम वालेकुम जी। लो जनाब अली, ਅੱਜ ਦਾ ਵਲੌਗ ਸਾਡਾ ਨਾ 2 ਦਿਨਾਂ ਦੇ ਵਿੱਚ ਕੰਪਲੀਟ ਹੋਏਗਾ। ਕੱਲ ਰਾਤੀ ਮਹਿਮਾਨ ਆਏ ਸਨ, ਮਹਿਮਾਨਾਂ ਦੇ ਨਾਲ ਖਾਣਾ ਸ਼ਾਨਾ ਖਾਦਾ। ਰਾਤ ਨੂੰ 2-3 ਵਜੇ ਇਸ ਤਰ੍ਹਾਂ ਗੱਪਾਂ ਸ਼ੱਪਾਂ ਕਰਦੇ ਰਹੇ ਤੇ ਬਸ ਦੋ ਸੌਂਗੇ ਤੇ ਫਿਰ ਵਲੌਗ, ਕਿਉਂਕਿ ਸਾਡਾ ਆਲਰੇਡੀ ਇੱਕ ਕਿਸ਼ਤ ਅੱਗੇ ਚੱਲ ਰਿਹਾ ਸੀ। ਮੈਂ ਇਹਨੂੰ ਨਾਲ ਲਾਉਣ ਵਾਸਤੇ ਸਾਨੂੰ 2 ਦਿਨਾਂ 'ਚ ਇੱਕ ਮੁਕੰਮਲ ਕਰਨਾ ਪੈਣਾ। ਥੈਂਕ ਯੂ ਬੇਟਾ। ਅੱਛਾ ਜੀ, ਅੱਜ ਦੇ ਵਲੌਗ ਦੇ ਵਿੱਚ ਸਾਡਾ ਮੇਨ ਜਿਹੜਾ ਟੌਪਿਕ ਹੈ ਨਾ, ਉਹ ਇਹ ਵੇ ਕਿ ਜਿਹੜਾ ਸਾਡੇ ਸਿਰ ਦੇ ਜਿਹੜੇ ਵਾਲ ਲਵਾਏ ਨੇ, ਇਹਦਾ ਐਕਸਪੀਰੀਅੰਸ ਕੈਸਾ ਹੈ। ਐਕਸਪੀਰੀਅੰਸ ਤੋਂ ਬਾਅਦ ਇਹ ਵਾਲ ਲਵਾਉਣੇ ਚਾਹੀਦੇ ਵੀ ਨਹੀਂ ਜਾਂ ਨਹੀਂ ਲਵਾਉਣੇ ਚਾਹੀਦੇ, ਇਹ ਤੁਹਾਡੇ ਨਾਲ ਸਾਰੀਆਂ ਗੱਲਾਂ ਮੈਂ ਅੱਜ ਦੇ ਵਲੌਗ ਦੇ ਵਿੱਚ ਕਰਾਂਗਾ। ਤੁਸੀਂ ਇੱਕ ਨੋਟ ਕੀਤੀ ਹੋਣੀ ਹੈ ਗੱਲ ਕਿ ਉੱਗੇ ਬੜੇ ਸਨ ਤੇ ਹੁਣ ਨਾ ਝੜਨਾ ਸ਼ੁਰੂ ਹੋ ਗਏ ਨੇ। ਕੀ ਗੱਲ ਹੈ? ਇਹ ਕੋਈ ਵੀ ਬੰਦਾ ਵਾਲ ਲਵਾਉਂਦਾ ਹੈ ਨਾ, 1 ਮਹੀਨੇ ਬਾਅਦ ਇਹ ਬਿਲਕੁਲ ਸਾਰੇ ਸ਼ੈਲ ਹੋ ਜਾਂਦੇ ਨੇ। 1 ਤੋਂ 1.5 ਮਹੀਨੇ ਤੋਂ ਬਾਅਦ ਉਤਲੇ ਸਾਰੇ ਝੜ ਜਾਂਦੇ ਨੇ, ਤੁਹਾਡਾ ਫੇਰ ਘੋਨੇ ਦਾ ਘੋਨਾ ਹੋ ਜਾਂਦਾ। ਜੀ ਆਂਦੇ ਨੇ ਜੀ ਯਾਰ ਏਡੇ ਔਖੇ ਹੋ ਕੇ ਵਾਲ ਲਵਾਈਦੇ ਨੇ,
ਤੇ ਫਿਰ ਝੜ ਕੇ ਤਾਂ ਫਾਇਦਾ ਕੀ। ਫਿਰ ਇਹ ਚੀਜ਼ ਸਮਝ ਆਈ, ਉਹਨਾਂ ਨੇ ਦੱਸੀ ਹੈ ਡਾਕਟਰ ਸਾਹਿਬ ਨੇ ਗੱਲ ਕਿ ਚੀਮਾ ਸਾਹਿਬ ਇਹ ਜਿਹੜੇ ਵਾਲ ਨੇ ਇੱਕ ਵਾਰੀ ਸ਼ੈਲ ਹੋ ਜਾਂਦੇ ਨੇ, ਝੜ ਜਾਂਦੇ ਨੇ, ਉਸ ਤੋਂ ਬਾਅਦ ਜੜ੍ਹਾਂ ਦੇ ਵਿੱਚੋਂ ਨਵੇਂ ਫੁੱਟਦੇ ਨੇ। ਜਦੋਂ ਨਵੇਂ ਫੁੱਟਦੇ ਨੇ ਉਹ 2-2 3-3 ਇੱਕ ਜੜ ਦੇ ਵਿੱਚੋਂ ਨਿਕਲਦੇ ਨੇ। ਦੈਟ ਮੀਨ ਅਗਰ ਮੈਂ 4200 ਦਾ ਗ੍ਰਾਫ ਲਵਾਇਆ ਨਾ, ਉਹ ਘੱਟ ਤੋਂ ਘੱਟ 9000 10,000 ਪਲੱਸ ਉੱਗਣਗੇ। ਉਹਨਾਂ ਨੇ ਇਹ ਗੱਲ ਆਖੀ ਸੀ ਔਰ ਉੱਗਣਗੇ ਇਨਸ਼ਾਅੱਲਾ। ਹਾਂਜੀ ਬਾਬਾ, ਉਹ ਅੰਦਰੋਂ ਨਾ ਉਹਦੀ ਟੀ ਦੀ ਆਵਾਜ਼ ਵੀ ਆਉਂਦੀ ਹੈ ਤੇ ਆਂਦੀ ਹੈ ਕਿ ਉਹ ਬਾਬਾ ਅੰਦਰੋਂ ਟੀ ਦੀ ਆਵਾਜ਼ ਵੀ ਆਉਂਦੀ ਹੈ ਗੱਡੀ ਦੇ। ਤੇ ਹੁਣ ਗੱਲ ਇਹ ਵੇ ਕਿ ਇਹਦੇ ਵਿੱਚ ਕੰਪਲਿਕੇਸ਼ਨ ਕਿਹੜੀਆਂ ਆਈਆਂ ਸਾਨੂੰ ਵਾਲ ਲਵਾਉਣ ਦੇ ਵਿੱਚ। ਕੰਪਲਿਕੇਸ਼ਨਾਂ ਠੀਕ ਠਾਕ ਹੁੰਦੀਆਂ ਨੇ ਬੰਦੇ ਦੀਆਂ। ਮਤਲਬ ਮੈਂ ਤੁਹਾਨੂੰ ਐਗਜ਼ਾਮਪਲ ਦਿੰਦਾ ਵਾਂ, ਵਾਲ ਲਵਾਏ ਸਭ ਤੋਂ ਪਹਿਲੇ ਤੇ 12 ਘੰਟੇ ਦਾ ਮੇਰਾ ਉਹਨਾਂ ਨੇ ਡਿਊਰੇਸ਼ਨ ਸੀ। ਘੱਟ ਤੋਂ ਘੱਟ 7 ਤੋਂ 8 ਘੰਟੇ ਲੱਗਦੇ ਹੁੰਦੇ ਨੇ ਮੇਰੇ। ਜ਼ਰਾ ਉਹਨਾਂ ਨੇ ਐਕਸਟਰਾ 500-700 ਗ੍ਰਾਫ ਲਾਇਆ, ਇਸ ਤੋਂ ਜ਼ਿਆਦਾ ਉਹਨਾਂ ਨੂੰ ਟਾਈਮ ਲੱਗਾ। ਫਿਰ ਉਸ ਤੋਂ ਬਾਅਦ ਬੰਦੇ ਦਾ ਜਿਹੜਾ ਨਾ ਉਹ ਜਿਹੜੇ ਪਿੱਛੋਂ ਜਿੱਥੋਂ ਵਾਲ ਲਾਉਂਦੇ ਨੇ ਨਾ, ਇੱਥੋਂ ਥੋੜੀ ਜਿਹੀ ਸੋਜ਼ਸ਼ ਵੀ ਹੋ ਜਾਂਦੀ ਹੈ ਥੋੜੀ ਜਿਹੀ, ਔਰ ਇਹ ਤਕਲੀਫ ਥੋੜੀ ਜਿਹੀ ਦੇਰ ਪਾ ਰਹਿੰਦੀ। ਜਿਵੇਂ ਹਜੇ ਵੀ ਥੋੜੀ ਨਮਨਸ ਹੈ, ਤਕਲੀਫ ਨਹੀਂ, ਮਤਲਬ ਇੰਜ ਖਿੱਚ ਕੇ ਫੀਲ ਕਰੋ ਨਾ, ਫਿਰ ਹਲਕਾ ਫੀਲ ਹੁੰਦਾ ਹੈ। ਅੱਜ ਇਸ ਗੱਲ ਨੂੰ 15 ਦਿਨ ਹੋ ਗਏ ਨੇ, ਲੇਕਿਨ ਉਹਦੇ ਬਾਵਜੂਦ ਵੀ ਹਲਕਾ ਫੀਲ ਹੁੰਦਾ ਹੈ ਕਿਉਂਕਿ ਜ਼ਖਮ ਹੁੰਦੇ ਨੇ ਨਾ, ਆਹਿਸਤਾ ਛੁੱਟਣੇ ਹੁੰਦੇ ਨੇ। ਜਿਹੜਾ ਫਰੰਟ ਹੈ ਨਾ ਇਹ ਬਿਲਕੁਲ ਕਲੀਅਰ ਹੈ, ਇੱਥੇ ਹੁਣ ਇਸ ਟਾਈਮ ਕੋਈ ਕਿਸੇ ਕਿਸਮ ਦੀ ਦਰਦ ਨਹੀਂ ਹੈ। ਇਹ ਜਿਹੜੇ ਵਾਲ ਜਦੋਂ ਝੜ ਕੇ ਦੁਬਾਰਾ ਉੱਗ ਜਾਣੇ ਨੇ ਅੱਲਾ ਕੀਤਾ ਬਿਲਕੁਲ ਕਲੀਅਰ ਜੀ। ਅਕਸਰ ਆਉਂਦੇ ਹੁੰਦੇ ਨੇ ਜਿਹੜੇ ਵਾਲ ਲਵਾ ਲੈਂਦੇ ਨੇ ਉਹਨਾਂ ਦੀ ਯਾਦਦਾਸ਼ਤ ਖਤਮ ਹੋ ਜਾਂਦੀ। ਭਾਈ ਕੋਈ ਐਸੀ ਗੱਲ ਨਹੀਂ, ਤੁਹਾਡਾ ਭਰਾ ਬਿਲਕੁਲ ਇਹ ਭੁੱਪ ਹੋਵੇ। ਇਹ ਜਿਹੜੀ ਵਲਾਗ ਬਣਾ ਰਹੀ ਹੈ ਮੇਰੀ ਬੇਗਮ ਹੈ, ਇਹ ਗੱਡੀ ਹੈ, ਇਹ ਦਰਖਤ ਹੈ, ਮੈਂ ਬਿਲਕੁਲ ਕਾਇਮ, ਮੈਨੂੰ ਕਿਸੇ ਕਿਸਮ ਦੀ ਯਾਦਦਾਸ਼ਤ ਦਾ ਕੋਈ ਇਸ਼ੂ ਨਹੀਂ। ਅੱਲਾ ਦਾ ਸ਼ੁਕਰ ਹੈ ਆਲ ਓਕੇ। ਅਗਲੀ ਗੱਲ ਇਹ ਹੈ ਜਨਾਬੇ ਅਲੀ ਕਿ ਹੁਣ ਇਹ ਵਾਲ ਲਵਾਉਣੇ ਚਾਹੀਦੇ ਨੇ ਜਾਂ ਨਹੀਂ ਲਵਾਉਣੇ ਚਾਹੀਦੇ। ਮੈਂ ਸਮਝਦਾ ਵਾਂ ਕਿ ਡਾਕਟਰ ਸਾਹਿਬ ਨੇ ਮੈਨੂੰ ਇਹ ਗੱਲ ਸਮਝਾਈ ਸੀ ਚੀਮਾ ਸਾਹਿਬ ਕਿ ਜੇ ਤੁਹਾਨੂੰ ਵਾਲ ਝੜ ਰਹੇ ਹੋ ਨਾ, ਟਾਈਮ ਤੁਹਾਨੂੰ ਪਤਾ ਲੱਗ ਜੇ ਕਿ ਝੜ ਰਹੇ ਨੇ, ਤੁਸੀਂ ਉਸ ਟਾਈਮ ਆ ਜਾਓ ਟ੍ਰੀਟਮੈਂਟ ਕਰਵਾਉਣ ਵਾਸਤੇ ਨਾਲ ਸ਼ਿਫਾ ਫਿਊਚਰ ਹਸਪੀਟਲ ਗੁਜਰਾਲੇ ਦੇ ਵਿੱਚ। ਤੇ ਇਹ ਬਿਹਤਰੀਨ ਅਸੀਂ ਤੁਹਾਨੂੰ ਲੇਜ਼ਰ ਦੇ ਥਰੂ ਉਹ ਵਾਲ ਡਿੱਗਣੇ ਵੀ ਬੰਦ ਹੋ ਜਾਣਗੇ, ਅੱਗੋਂ ਰੀਗਰੋਥ ਹੋਣੇ ਵੀ ਸ਼ੁਰੂ ਹੋ ਜਾਣਗੇ। ਤੇ ਇਹ ਸ਼ੈਂਪੂ ਪੱਤਾ ਤਰ੍ਹਾਂ ਦੇ ਲੈ ਕੇ ਤਜਰਬੇ ਕਰਦੇ ਰਹਿੰਦੇ ਨੇ ਜੀ। ਤੋਂ ਬਿਲਕੁਲ ਜਿਹੜਾ ਨਾ ਤਬਾਈ ਦੇ ਦਾਣੇ ਤੇ ਜਦੋਂ ਪਹੁੰਚ ਜਾਂਦੇ ਨੇ ਤੇ ਫੇਰ ਆਉਂਦੇ ਨੇ ਜੀ ਡਾਕਟਰ ਸਾਹਿਬ ਹੁਣ ਸਾਡੇ ਨਵੇਂ ਲਾ ਦਿਓ। ਉਹ ਫਿਰ ਇਹ ਚੀਜ਼ ਹੈ ਤੇ ਲਵਾਣੇ ਚਾਹੀਦੇ ਇਸ ਤੋਂ ਨੇ ਕਿ ਚਲੋ ਯਾਰ ਜ਼ਿੰਦਗੀ ਦਾ ਮੌਕਾ ਹੈ, ਮਤਲਬ ਪਤਾ ਨਹੀਂ ਜੇ ਕਿੰਨਾ ਚਿਰ ਸਾਹ ਹੈ ਨੇ ਕਿੰਨਾ ਚਿਰ ਨਹੀਂ ਹੈ। ਵਾਲਾਂ ਤੋਂ ਛੱਬ ਹੁੰਦੀ ਹੈ ਬੰਦੇ ਦੀ, ਮੱਥਾ ਇੱਥੇ ਤੱਕ ਅੱਧਾ ਟੁਰ ਜਾਵੇ ਨਾ ਤੇ ਜੀ ਆ ਜਿਹੜਾ ਨਾ ਇੰਜੇ ਪੇ ਜਿਹੜਾ ਨਾ ਉਹ ਗੱਲਾਂ। ਇਹ ਹੀ ਸਾਡੀ ਜਿਹੜੇ 25 26 28 30 ਸਾਲ ਉਮਰ ਸੀ, ਹੈਂਡਸਮ ਸਮਾਰਟਨੈਸ ਜਨਾਬ ਵਾਲੀ, ਵਾਲ ਇੱਥੋਂ ਅੱਖਾਂ 'ਚ ਪੇ ਡਿੱਗਦੇ ਹੁੰਦੇ ਸਨ। ਇਹ ਜਦੋਂ 35 ਸਾਲਾਂ ਦਾ ਬੰਦਾ ਹੁੰਦਾ ਹੈ ਇਹ ਵਾਲ ਡਿੱਗਣੇ ਸ਼ੁਰੂ ਹੋ ਜਾਂਦੇ ਨੇ। ਗੱਲ ਹਕੀਕਤ ਹੈ ਕਿ ਬੰਦਾ ਹੌਲੀ ਹੌਲੀ ਬੰਦਾ ਵਡੇਰਾ ਹੁੰਦਾ ਜਾਂਦਾ, ਲੇਕਿਨ ਵਡੇਰਾ ਬੰਦਾ ਇਨਸਾਨ ਆਪਣੇ ਆਪ ਨੂੰ ਸਮਝੇ ਤੇ ਫੇਰ ਹੀ ਬੁੱਢਾ ਹੁੰਦਾ। ਜੇ ਤੁਸੀਂ ਸਮਝਦੇ ਨਹੀਂ ਤਾਂ ਕਦੇ ਵੀ ਨਹੀਂ ਬੰਦਾ ਬੁੱਢਾ ਹੁੰਦਾ। ਤੇ ਲਿਹਾਜ਼ਾ ਮੈਂ ਨਵਾਂ ਕਿ ਜੇ ਅਗਰ ਕਿਸੇ ਚੀਜ਼ ਦੀ ਫੈਸਿਲਿਟੀ ਹੈ, ਮੇਰੇ ਮਾਲਕ ਨੇ ਦਿੱਤੀ ਹੈ ਨਾ ਸੋਚ ਅਕਲ, ਮੇਰੇ ਮਾਲਕ ਨੇ ਦਿੱਤੀ। ਕਈ ਬੰਦਿਆਂ ਨੇ ਕਮੈਂਟ ਕੀਤਾ ਕਿ ਜੀ ਆ ਵੇਖੋ ਤੁਹਾਨੂੰ ਸੋਚ ਪੈ ਗਈ ਇਹ ਵੋ ਪਰਾਂ, ਮੇਰੇ ਮਾਲਕ ਦੀ ਬਣਾਈ ਹੋਈ ਚੀਜ਼ਾਂ ਦੇ ਵਿੱਚ ਦਖਲ ਅੰਦਾਜ਼ੀ ਨਹੀਂ ਕਰੀਦੀ। ਉਹ ਭਾਈ ਅੱਲਾ ਮਾਫ ਕਰੇ, ਅਸੀਂ ਦਖਲ ਅੰਦਾਜ਼ੀ ਕਾਹਦੀ ਕਰ ਰਹੇ ਹਾਂ? ਅੱਲਾ ਪਾਕ ਨੇ ਸੋਚ ਦਿੱਤੀ ਇਹਨਾਂ ਡਾਕਟਰਾਂ ਨੂੰ, ਇਹ ਫਹਿਮ ਦਿੱਤਾ ਹੈ। ਤੁਹਾਨੂੰ ਬੁਖਾਰ ਹੁੰਦਾ ਤੁਸੀਂ ਜਾ ਕੇ ਦਵਾਈ ਲੈਂਦੇ ਹੋ ਤਾਂ ਠੀਕ ਹੁੰਦੇ ਹੋ, ਘਰ ਬਹਿ ਰਹੋ ਤੁਸੀਂ ਆਖੋ ਅਸੀਂ ਇੰਟਰਫੇਅਰ ਨਹੀਂ ਕਰਨਾ, ਮੇਰੇ ਮਾਲਕ ਦੀ ਤਰਫੋਂ ਬਾਹਰ ਆਏ ਇਹਨੂੰ ਹੰਡਾਣਾ ਹੈ, ਇੰਜ ਥੋੜ੍ਹੀ ਹੁੰਦਾ। ਤੁਹਾਨੂੰ ਦਵਾਈ ਲੈਣੀ ਉਹਦੀ। ਇਸੇ ਤਰ੍ਹਾਂ ਅਗਰ ਕਿਸੇ ਚੀਜ਼ ਦੀ ਕਮੀ ਹੋਈ ਹੈ ਤੁਸੀਂ ਉਸ ਚੀਜ਼ ਨੂੰ ਬੈਟਰ ਕਰ ਸਕਦੇ ਹੋ। ਮਾਮਲਾ ਤਾਂ ਅੱਲਾ ਪਾਕ ਦੀ ਜ਼ਾਤ ਜਿਹੜੀ ਹੈ ਨਾ, ਉਹ ਅੱਲਾ ਪਾਕ ਨੇ ਸਾਨੂੰ ਅਕਲ ਫਹਿਮ ਦਿੱਤਾ ਹੈ ਜਿਹੜੇ ਡਾਕਟਰਸ ਨੇ ਇਸ ਦੁਨੀਆ ਦੇ ਉੱਤੇ ਮੌਜੂਦ ਨੇ। ਤੇ ਨੋ ਡਾਊਟ ਸੋਚ ਜਿਹੜੀ ਹੈ ਨਾ 100 ਬੰਦਿਆਂ ਦੇ ਵਿੱਚ ਜੇ ਆਪਰੇਟ ਮਤਲਬ ਟ੍ਰਾਂਸਪਲਾਂਟ ਕਰਾਉਣੇ ਦੇ ਵਿੱਚੋਂ ਮੈਕਸਿਮਮ ਕੋਈ 10 ਬੰਦਿਆਂ ਨੂੰ ਹੋ ਸਕਦੀ ਹੈ ਸੋਚ। ਤੇ ਉਹਦੇ ਵਿੱਚ ਮੈਂ ਵੀ ਸਾਂ, ਮੈਨੂੰ ਵੀ ਹਲਕੀ ਜਿਹੀ ਸੋਚ ਹੋਈ ਸੀ, ਲੇਕਿਨ 2-3 ਦਿਨ 4 ਦਿਨ ਦੇ ਵਿੱਚ ਮੈਕਸਿਮਮ ਮੈਂ ਬਿਲਕੁਲ ਕਲੀਅਰ ਹੋ ਗਿਆ ਸਾਂ। ਅੱਲਾ ਦਾ ਸ਼ੁਕਰ ਹੈ। ਤੇ ਪੋਪੋ ਮਿੱਟੀ ਖਾਣੀ ਹੋ, ਓਏ ਪੋਪੋ ਮਿੱਟੀ ਖਾਣੀ ਕਹਿੰਦੀ ਆ ਖਾਣੀ। अस्सलाम वालेकुम एवरीवन। मजाइल आ गया ਤੁਹਾਡੇ ਭਰਾ ਦੇ ਹੱਥ 'ਚ। ਜਦੋਂ ਮਜ਼ਾइल ਮੇਰੇ ਕੋਲ ਹੋਏ ਚੀਮਾ ਸਾਹਿਬ ਤੇ ਮੈਨੂੰ ਵੀ 2 ਮਿੰਟ ਬੋਲਣ ਦਿਆ ਕਰੋ। ਲੋ ਜੀ ਮਜ਼ਾइल ਚਲਾ ਗਿਆ ਚੀਮਾ ਸਾਹਿਬ ਵੱਲ, ਬੋਲੋ ਜੀ ਬਿਸਮਿਲ੍ਲਾ ਜੀ। ਤੇ ਮਾਸ਼ਾਅੱਲਾ ਰੌਣਕਾਂ ਲੱਗੀਆਂ ਅੱਜ। ਤੇ ਦੱਸਣਾ ਤੁਸੀਂ ਆਪ ਮੈਂ ਦੱਸਾਂਗਾ। ਅੱਛਾ ਮੈਂ ਦੱਸਾਂਗਾ। ਅੱਛਾ ਗੱਲ ਇਹ ਹੈ ਕਿ ਭਾਈ ਜੀ ਹੋਏਗਾ ਇਸ ਤਰ੍ਹਾਂ ਕਿ ਸਾਡੇ ਕੋਲ ਭਾਈ ਆਏ ਸਨ, ਇਹਨਾਂ ਦੀ ਬਰਥਡੇ ਸੁਭਾਨ ਅੱਲਾਹ। ਕੱਲ ਯਾਸਰ ਨੇ ਕੇਕ ਕੱਟਿਆ ਤੇ ਅੱਜ ਮੈਂ ਲੈ ਕੇ ਆਇਆ ਨਾ ਜੋ। ਵਾਹ ਜੀ ਵਾਹ, ਵਾਹ ਜੀ ਬੱਚੋ ਤਾਲੀਏ। ਤਾਲੀਏ ਦਾ ਕਿਹੜਾ ਮੁੱਲ ਲੱਗਦਾ ਪੁੱਤਰ? ਤਾਲੀਏ ਮਾਰਦਿਆ ਕਰੋ, ਤਾਲੀਏ ਤੇ ਮੁਫਤ ਦਵਾਈਦੀਆਂ ਨਾ। ਚਲੋ ਜੀ। ਤੇ ਅਸੀਂ ਹੁਣ ਲੱਗੇ ਆ ਕੇਕ ਕੱਟਣ ਤੇ ਕਿਉਂਕਿ ਇਹਨਾਂ ਨੂੰ ਭਾਈ ਤੁਸੀਂ ਅੱਜ ਜ਼ਰੂਰੀ ਹੈ ਜਾਣਾ। ਅੱਜ ਵੀ ਰਹੋ, ਕੱਲ ਵੀ ਛੁੱਟੀ, ਕੱਲ ਜਾਣਾ ਤੁਸੀਂ ਕੀ ਆ? ਹਾਂ ਲੋ ਆਂਦੇ ਨੇ ਸਾਨੂੰ ਕੰਮ ਨਹੀਂ।
ਚਲੋ ਫਿਰ ਕੇਕ ਕੱਟੋ ਬਿਸਮਿਲ੍ਲਾਹਿਰ ਵੇਟ ਪਹਿਲਾਂ ਆਪਣੀ ਏਜ ਦੱਸੋ ਸਭ ਤੋਂ ਪਹਿਲਾਂ ਮੇਰੀ ਗੱਲ ਸੁਣ ਬੀਬੀਆਂ ਨੂੰ ਤੇ 40 ਤੋਂ ਉੱਤੇ ਬੰਦਿਆਂ ਨੂੰ ਕਦੀ ਈਦ ਨਹੀਂ ਮੈਨੂੰ ਪੁੱਛ ਲਓ ਕਿਉਂਕਿ ਮੈਂ 40 ਤੋਂ ਉੱਪਰ ਨਹੀਂ ਪਰ ਮੈਨੂੰ ਲੱਗਦਾ ਤੁਸੀਂ 53 54 ਦੇ ਹੈਗੇ ਹੋ 37 ਸਾਲ ਨਹੀਂ 53 ਜਾਂ 52 ਤੇਰਾ ਅੱਲਾਹ ਕਰੇ ਤੈਨੂੰ ਕੋਈ ਵਲੌਗ ਨਾ ਦੇਖੇ ਚਲੋ 45 ਚਲੋ ਜੀ 40 ਦੇ ਉੱਤੇ ਡਨ ਕਰ ਦਿਓ ਚਲੋ 40 ਯਾਰਾ 40 ਦੇ ਬੋਲ ਜਦੋਂ ਮੈਂ ਆਇਆ ਥਾ 2009 ਚ ਤੇ ਉਦੋਂ 40 ਦੇ ਸੀ ਤੇ ਉੱਥੇ ਹੀ ਖਲੋਤੇ ਨੇ ਉੱਥੇ ਨੇ ਉਹ 40 ਪਲੱਸ ਕਰ ਜਾਂਦੇ ਉਹ 40 ਪਲੱਸ ਕਰ ਲਿਆ ਯਾਰ 40 ਸਾਲ ਦਾ ਮੈਂ ਟੋਟਲ ਠੀਕ ਹੈ ਲੱਗਦਾ ਨਹੀਂ ਮੈਨੂੰ ਚਲੋ ਜੀ ਸੱਜਣੋ ਮੰਨ ਲਓ ਕਿਉਂਕਿ ਚੀਮਾ ਆਪਣਾ ਨੋਮ ਭਾਈ ਸਾਡੇ ਬੋਸ ਵੀ ਨੇ ਸਾਡੇ ਸਾਰਾ ਕੁਝ ਨੇ ਚਲੋ ਜੀ ਤੇ ਬੱਚੋ ਕੀ ਕਰਦੇ ਪਏ ਹੋ ਕੇਕ ਤੁਹਾਡਾ ਹੀ ਇੱਕ ਵਾਰੀ ਕੱਟਣ ਦੇ ਚਲੋ ਜੀ 1 2 3 ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਹੈਪੀ ਬਰਥਡੇ ਹੈਪੀ ਬਰਥਡੇ ਟੂ ਯੂ ਇਹ ਚੀਜ਼ ਲਓ ਜੀ ਅਸੀਂ ਨਾਸ਼ਤਾ ਸਪੈਸ਼ਲ ਲਾਹੌਰੀ ਨਾਸ਼ਤਾ ਕਰਨਾ ਭਾਈ ਤੁਸੀਂ ਖਾਣਾ ਨਾ ਭਾਈ ਨੂੰ ਮੁੰਡਾ ਮਰਾਨ ਭਾਈ ਤੁਸੀਂ ਲੈ ਜਾਓ ਯਾਰਾ ਤੁਸੀਂ ਭਰਾਓ ਕੀ ਭਰਾ ਨਹੀਂ ਸਕੇ ਨਹੀਂ ਠੀਕ ਹੈ ਮਦ ਰੋਟੀ ਖੁੱਲ ਗਈ ਜੀ ਚੀਮਾ ਸਾਹਿਬ यासर यारा छोटे पाए बड़े पाए ये वो लटरन पटरन देसी की ते विलायती की ਜਿਹੜੇ ਵੱਡੇ ਭਾਈ ਨੇ ਨਾ ਵੱਡੇ ਭਾਈ ਫਿਰ ਪਤਾ ਮਰਾਨ ਭਾਈ ਖਾਂਦੇ ਨੇ ਤੇ ਛੋਟੇ ਭਾਈ ਫਿਰ ਮੈਂ ਸਪੈਸ਼ਲ ਭਾਈ ਨੂੰ ਸਾਲ ਵਾਸਤੇ ਤੁਹਾਡੇ ਵਾਸਤੇ हाजी ਤੇ ਮੈਂ ਕਹਿੰਦਾ ਚਲੋ साहब ने दोवें छोटा बड़ा मिक्स कर ਨਹੀਂ ਯਾਰ ਪਤਾ ਨਾ ਲੱਗੇ ਅੰਦਰ ਕਿਹੜੇ ਜਾ ਰਹੇ ਉਸਤਾਦ ਜੀ ਅੱਛਾ ਛੋਟੇ ਵੱਡੇ ਦੋ ਹੀ ਪਾ ਰਹੇ ਜੀ ਚਲੋ ਜੀ ਜ਼ਬਰਦਸਤ ਹੋ ਗਿਆ मैं तेरा भरा डाइट ते ਪਰ ਅੱਜ ਨਹੀਂ ਮੇਰੀ ਜਾਨ ਅੱਜ ਡਾਈਟ ਤੋੜੋ ਇੱਕ ਨਾਨ ਤੇ ਖਾਓ ਨਾ सख्ती ना मना के विलाग वेंदे नहीं मेरा ਯਾਰ ਡਾਕਟਰ ਸਾਹਿਬ ਜਦੋਂ ਵਲਾਗ ਵੇਖਣ ਗਿਆ ਤੇ ਉਹਨਾਂ ਨੂੰ ਸਮਝ ਲੱਗ ਜਾਏਗੀ ਅੱਜ ਯਾਸਰ ਨੇ ਫਿਰ ਯਾਰ ਨੇ ਜਦੋਂ ਫਿਰ ਯਾਰ ਦੇ ਵਾਸਤੇ ਲੋਕ ਜ਼ਹਿਰ ਖਾ ਲੈਂਦੇ ਤੇ ਤੁਹਾਨੂੰ ਤਾਂ ਮੈਂ ਕਹਿ ਰਿਹਾ ਇੱਕ ਨਾਨ ਖਾ ਲਓ ਬਸ ਤੇ ਚਲੋ ਬਿਸਮਿਲ੍ਲਾ ਪੜੋ ਜੀ की करा मैं ਪੜੋ ਜੀ ਬਿਸਮਿਲ੍ਲਾ ਅੱਛਾ ਅੱਛਾ ਤੇ ਉਸਤਾਦ ਦਾ ਹੀ ਕਰਨਾ ਹੈ ਇਹ ਵੱਡੀ ਦੁਕਾਨ ਉਸਤਾਦ ਵੀ ਬਹੁਤ ਅੱਛਾ ਕਿਉਂਕਿ ਮੈਂ ਰਾਤ ਦਾ ਹੁਣ ਸੋਚ ਲਿਆ ਮੈਂ ਉਸਤਾਦ ਦਾ ਨਾਮ ਹਰ ਜਗ੍ਹਾ ਤੇ ਲੈਣਾ ਹੈ ਕਿਵੇਂ ਮੇਰੀ ਗੱਲ ਸੁਣੋ ਸੱਜਣੋ ਮੈਡੀ ਭਾਈ ਦਾ ਤੇ ਸੁਣਿਆ ਹੈ ਹਾਂਜੀ। ਤੇ ਯਕੀਨ ਮੰਨੋ ਮੈਡੀ ਹੈ ਨਾ ਮੈਡੀ ਚਲੋ ਉਹ ਵੀ ਯਾਰ ਹੀ ਹੈ ਹਰ ਬੰਦੇ ਦੇ ਆਪਣਾ ਆਪਣਾ ਮੁਕਾਮ ਹੈ ਪਰ ਉਸਤਾਦ ਜੀ ਜ਼ਰਾ ਕੈਮਰਾ ਮਾਰੋ ਐਸੇ ਸਾਡੇ ਯਾਰ ਨੇ ਸਾਇਲੈਂਟ ਜਿਹੜੇ ਕੋਈ ਬਗੈਰ ਤਾਰੀਫ ਤੋਂ ਜਾਂ ਕੋਈ ਰੋਲੇ ਪਾਏ ਨਹੀਂ ਜਿਹੜੇ ਕੈਮਰੇ ਦੇ ਪਿੱਛੇ ਹੁੰਦੇ ਨੇ ਨਜ਼ਰ ਆਉਂਦੇ ਨੇ ਪਰ ਉਹ ਐਸਾ ਸਾਡਾ ਸਮਝ ਲਓ ਫਿਰ ਨਹਾਇਤ ਹੀ ਅੱਛੇ ਤੇ ਜਿਹੜੇ ਸਮਝ ਲਓ ਸਾਡੇ ਮੇਨ ਨਾ ਯਾਰੀ ਦਾ ਜਿਹੜਾ ਕਿਰਦਾਰ ਜਿਹੜਾ ਸਭ ਨੂੰ ਲੈ ਕੇ ਜਿਹੜੇ ਚੀਮਾ ਸਾਹਿਬ ਤੋਂ ਬਾਅਦ ਸਮਝ ਲਓ ਜਿਹੜਾ ਹੈਗਾ ਨਾ ਉਹ ਉਸਤਾਦ ਜ਼ਰਾ ਕੈਮਰਾ ਮਾਰੋ ਓ ਯਾਰ ਖੁਦ ਮੈਂ ਹਰ ਕੋਈ ਸਿਆਣੀ ਲੱਗਿਆ ਗੱਲ ਕਰਨ ਖੁਦਾ ਦਾ ਨਾਂ ਹੀ ਛੱਡ ਦੇ ਯਾਰ ਸਹੀ ਹੈ ਜੀ ਓਕੇ ਜੀ ਅੱਲਾਹ ਹਾਫਿਜ਼ ਅੱਛਾ ਹੁਣ ਤੁਸੀਂ ਕੋਈ ਗੱਲ ਕਰ ਲਵੋ ਕੋਈ ਨਹੀਂ ਜੀ ਕੋਈ ਨਹੀਂ ਯਾਰ ਚੰਦ ਇਹ ਬੜੀ ਤਰ੍ਹਾਂ ਫਰੀ ਹੋਈ ਹੈ ਹੈ ਚਾਚੇ ਨੇ ਸਾਰੀਆਂ ਗੱਲਾਂ ਸੁਣਾਉਂਦੀਆਂ ਨੇ ਜਿਹੜੇ ਕੰਮ ਤੁਸੀਂ ਦੋਵੇਂ ਜੀ ਕਰਦੇ ਹੋ ਅੱਛਾ ਜਿਹੜੀਆਂ ਅਸੀਂ ਕੁਕੜਾਂ ਦੇ ਪੰਜੇ ਖਾ ਕੇ ਆਏ ਹਾਂ ਉਹ ਗੱਲ ਕਰਦੀ ਹੈ ਅੱਛਾ ਆਪਕੋ ਵੀ ਖਿਲਾਏ ਥੇ ਓ ਭਾਈ ਭਾਈ ਅੱਲਾ ਭਾਈ ਵਾਹ ਜੀ ਵਾਹ सारी बातें चाचू को बतानी है आपने ओके ਜੀ ਇਹ ਤੇ ਚੰਗਾ ਇਹ ਲੈ ਭਾਈ ਪੂਰਾ ਹਾਈ ਫਾਈ ਵੀ ਕਰਦੇ ਹੀ हाँ जी ਇਹ अच्छा पोपो ये चाचू को दो ये सारे इतने सारे पेपे लेके आए हैं ये देखो चाचू को ये बहना के लिए ये छोटी बहना के लिए मीनू के लिए वो पापा के लिए चाचू के लिए हैं वेरी गुड वाह जी वाह लो जी चोई साहब ए वेखो सोना पैक करके ਤੁਹਾਨੂੰ ਨਾ ਤੁਹਾਡੀ ਬਤਰੀ ਦੇ ਰਹੀ ਹੈ ਠੀਕ ਹੈ ਜੀ